ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। साध संगत जी, हुण सच्चे पातशाह धन श्री गुरु तेग बहादुर साहिब जी महाराज पटना साहिब तो पूरब दिशा वल जाण दी तैयारी करन लगे हैं। राजा बिशन सिंह ने सतगुरु जी दे पासों आग्या लई ते कूच करके अगे चल पिया। ਇਹ ਸਮਝਿਆ ਕਿ ਬੜਾ ਵੱਡਾ ਯੁੱਧ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਘੋੜੇ 'ਤੇ ਸਵਾਰ ਹੋ ਕੇ ਨਾਲ ਹੀ ਚੱਲ ਪਏ। ਕਈ ਸਿੱਖ ਅਤੇ ਫਕੀਰ ਵੀ ਆਨੰਦ ਧਾਰ ਕੇ ਗੁਰੂ ਜੀ ਦੇ ਨਾਲ ਹੀ ਚੱਲ ਪਏ। ਮਾਤਾ ਨਾਨਕੀ ਜੀ ਨੂੰ ਵੰਦਨਾ ਕਰਕੇ ਅਤੇ ਸ਼੍ਰੀ ਗੁਜਰੀ ਜੀ ਨੂੰ ਸਨਮਾਨ ਦੇ ਕੇ ਭਾਈ ਕਿਰਪਾਲ ਚੰਦ ਆਦਿ ਜਿਹੜੇ ਸ਼੍ਰੀ ਗੁਜਰੀ ਜੀ ਦੇ ਭਰਾ ਸਨ, ਉਹਨਾਂ ਸਭ ਨੂੰ ਪ੍ਰਗਟ ਰੂਪ ਵਿੱਚ ਧੀਰਜ ਦਿੱਤਾ। ਬਾਕੀ ਸੰਗਤ ਨੂੰ ਸੇਵਾ ਵਾਸਤੇ ਕਹਿ ਕੇ ਸਾਰਿਆਂ ਨੂੰ ਸਿੱਖ ਜਾਣ ਕੇ ਉਹਨਾਂ ਉੱਤੇ ਖੁਸ਼ੀ ਕੀਤੀ। ਧੀਰਜਵਾਨ ਗੁਰੂ ਜੀ ਅੱਗੇ ਚੱਲ ਪਏ। ਉਹਨਾਂ ਦੇ ਨਾਲ ਰਾਜਾ ਅਤੇ ਸੈਨਾ ਦੀ ਵੱਡੀ ਭੀੜ ਸੀ। ਬੰਗਾਲ ਦੇਸ਼ ਦੇ ਸਾਹਮਣੇ ਚਲੇ ਜਾ ਰਹੇ ਸਨ। ਨਗਾਰੇ ਵੱਜ ਰਹੇ ਸਨ ਤੇ ਬਹੁਤ ਉੱਚੀ ਆਵਾਜ਼ ਉੱਠ ਰਹੀ ਸੀ। ਮੁੰਗੇਰ ਇੱਕ ਵੱਡਾ ਨਗਰ ਸੀ। ਬਹੁਤ ਲੋਕ ਗੰਗਾ ਦੇ ਕਿਨਾਰੇ ਵਸ ਰਹੇ ਸਨ। ਸ਼੍ਰੀ ਸਤਿਗੁਰੂ ਜੀ ਨੇ ਉੱਥੇ ਉਤਾਰਾ ਕਰ ਲਿਆ। ਸਿੱਖ ਸੰਗਤ ਸੁਣ ਕੇ ਇਕੱਠੀ ਹੋ ਕੇ ਆਈ। ਕਈ ਪ੍ਰਕਾਰ ਦੇ ਉਪਹਾਰ ਲਿਆਈ ਤੇ ਸ਼ਰਧਾ ਧਾਰ ਕੇ ਚਰਨ ਕਮਲਾਂ 'ਤੇ ਵੰਦਨਾ ਕੀਤੀ। ਜੋ ਜਿਸ ਵੀ ਗੁਰੂ ਜੀ ਵਾਸਤੇ ਰੱਖਿਆ ਸੀ ਤੁਰੰਤ ਲਿਆ ਕੇ ਅਰਪਣ ਕਰ ਦਿੱਤਾ। ਸਾਰਿਆਂ ਉੱਤੇ ਗੁਰੂ ਜੀ ਨੇ ਯਥਾਯੋਗ ਖੁਸ਼ੀ ਕੀਤੀ ਤੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ। ਕਈ ਦਿਨ ਉੱਥੇ ਵਾਸਾ ਕੀਤਾ ਤੇ ਸਿੱਖੀ ਦੇ ਵਿਸ਼ਾਲ ਪੰਥ ਨੂੰ ਪ੍ਰਕਾਸ਼ਿਤ ਕੀਤਾ। ਉਹਨਾਂ ਨੂੰ ਸਤਨਾਮ ਦਾ ਸਿਮਰਨ ਦਿੱਤਾ ਤੇ ਆਪਣੀ ਸੰਗਤ ਦਾ ਸ੍ਰੇਸ਼ਟ ਰੂਪ ਵਿੱਚ ਕਲਿਆਣ ਕੀਤਾ। ਫਿਰ ਗੁਰੂ ਜੀ ਅੱਗੇ ਚੱਲ ਪਏ। ਲਸ਼ਕਰ ਰਾਜੇ ਸਮੇਤ ਪਿੱਛੇ ਆ ਰਿਹਾ ਸੀ। ਨਗਾਰਿਆਂ ਦੇ ਵੱਜਣ ਨਾਲ ਬੜਾ ਰੌਲਾ ਮਚਿਆ ਹੋਇਆ ਸੀ। ਬਹੁਤ ਘੋੜੇ ਹਿਣਕ ਰਹੇ ਸਨ। ਮਹਾਨ ਉੱਚੇ ਹਾਥੀ ਚੱਲ ਰਹੇ ਸਨ। ਹਾਥੀਆਂ ਉੱਤੇ ਹੋਦੇ ਝਾਲਰਾਂ ਸਮੇਤ ਝੂਲ ਰਹੇ ਸਨ। ਬਲਵਾਨ ਸੈਨਾ ਵੱਡੀ ਗਿਣਤੀ ਵਿੱਚ ਚਲੀ ਜਾ ਰਹੀ ਸੀ, ਜਿਸ ਵਿੱਚ ਵੱਡੇ ਆਪਣੇ ਕਿੱਤੇ ਦੇ ਧਨੀ ਸਨ। ਫਿਰ ਰਾਜ ਮਹਿਲ ਸ਼ਹਿਰ ਵਿੱਚ ਜਾ ਪਹੁੰਚੇ। ਕਈ ਉਮਰਾਵ ਵੀ ਪ੍ਰਸੰਨ ਹੋ ਕੇ ਨਾਲ ਆਏ। ਕਈ ਹਾਥੀਆਂ ਉੱਤੇ ਚੜ੍ਹੇ ਆ ਰਹੇ ਸਨ। ਕਈ ਪਾਲਕੀ ਵਿੱਚ ਚੜ੍ਹ ਕੇ ਸੁੱਖ ਪਾ ਰਹੇ ਸਨ। ਕਈ ਚੱਲਦੇ ਹੋਏ ਘੋੜਿਆਂ ਨੂੰ ਨਚਾਉਂਦੇ ਸਨ। ਸ਼ੁਭ ਸ਼ਸਤਰ ਵਸਤਰ ਪਹਿਨੇ ਹੋਏ ਸ਼ੋਭ ਰਹੇ ਸਨ। ਉੱਥੇ ਪਹੁੰਚ ਕੇ ਤੰਬੂ ਲਗਵਾਏ। ਡੇਰੇ ਵਿੱਚ ਵਸ ਕੇ ਗੁਰੂ ਜੀ ਸੁਹਾ ਰਹੇ ਸਨ। ਗੁਰੂ ਜੀ ਨੇ ਨਗਰ ਵਿੱਚ ਪ੍ਰਵੇਸ਼ ਨਹੀਂ ਕੀਤਾ। ਉਸ ਸਥਾਨ ਦੀ ਸੰਗਤ ਸੁਣ ਕੇ ਇਕੱਠੀ ਹੋਈ ਤੇ ਭੇਟਾਵਾਂ ਇਕੱਤਰ ਕਰਨ ਲੱਗੇ, ਪਰ ਪ੍ਰੇਮ ਕਰਕੇ ਗੁਰੂ ਜੀ ਦੇ ਪਾਸ ਨਾ ਪਹੁੰਚੇ। ਉਸ ਸਥਾਨ ਦੀ ਸੰਗਤ ਜਦ ਤੱਕ ਆਉਣ ਦੀ ਤਿਆਰੀ ਕਰਦੀ ਰਹੀ, ਤਦ ਤੱਕ ਸਤਿਗੁਰੂ ਜੀ ਅੱਗੇ ਚਲੇ ਗਏ। ਉੱਥੇ ਜਦ ਕੋਈ ਪ੍ਰੇਮੀ ਸਿੱਖ ਨਾ ਵੇਖੇ ਤਾਂ ਬਿਨਾਂ ਮਿਲੇ ਅੱਗੇ ਚਲੇ ਗਏ। ਬਾਅਦ ਵਿੱਚ ਬਹੁਤ ਪਛਤਾਉਂਦੇ ਰਹੇ। ਮੂਰਖਾਂ ਨੇ ਗੁਰੂ ਜੀ ਦਾ ਮਹਾਤਮ ਨਾ ਜਾਣਿਆ। ਪਿਛਲੇ ਭਾਗ ਜਿਨ੍ਹਾਂ ਦੇ ਪ੍ਰਗਟ ਨਹੀਂ ਹੁੰਦੇ, ਉਹਨਾਂ ਦੀ ਦਸ਼ਾ ਇਸੇ ਵਿਧੀ ਅਨੁਸਾਰ ਹੀ ਹੁੰਦੀ ਹੈ। ਸਤਿਗੁਰੂ ਜੀ ਦੇ ਪਾਸ ਜਾ ਕੇ ਦਰਸ਼ਨ ਨਹੀਂ ਕੀਤੇ ਹਨ, ਬਿਨਾਂ ਭਾਗਾਂ ਤੋਂ ਕੋਈ ਕਿਵੇਂ ਦਰਸ਼ਨ ਪਾ ਸਕਦਾ ਹੈ। ਕਿਰਪਾਲੂ ਗੁਰੂ ਜੀ ਜਦ ਚੱਲ ਕੇ ਅੱਗੇ ਗਏ ਤੇ ਮਾਲਦਾ ਨਗਰ ਵਿੱਚ ਪਹੁੰਚ ਗਏ। ਉਸ ਨਗਰ ਵਿੱਚ ਜਿੱਥੇ ਸੰਗਤ ਦਾ ਸਥਾਨ ਬਣਿਆ ਸੀ, ਕਿਰਪਾ ਨਿਧਾਨ ਗੁਰੂ ਜੀ ਉੱਥੇ ਜਾ ਵਿਰਾਜੇ। ਉੱਥੇ ਵੀ ਕੋਈ ਸਿੱਖ ਨਾ ਆਇਆ। ਕਿਸੇ ਨੇ ਵੀ ਸੇਵਾ ਕਰਕੇ ਫਲ ਨਾ ਪਾਇਆ। ਖਾਲੀ ਸਥਾਨ ਵੇਖ ਕੇ ਗੁਰੂ ਜੀ ਨੇ ਪੁੱਛਿਆ, ਇਹ ਧਰਮਸ਼ਾਲਾ ਕਿਉਂ ਸਿੱਖਾਂ ਤੋਂ ਸੱਖਣੀ ਹੈ? ਨਾ ਕੋਈ ਆਉਂਦਾ ਜਾਂਦਾ ਹੀ ਵੇਖਦੇ ਹਾਂ, ਧਰਮਸ਼ਾਲਾ ਵਿੱਚ ਕੋਈ ਵੀ ਬੈਠਾ ਨਹੀਂ ਹੈ। ਗੁਰੂ ਜੀ ਦੇ ਮੁਖ ਤੋਂ ਇਹ ਬਚਨ ਸੁਣ ਕੇ ਗੁਰੂ ਜੀ ਦੇ ਜੋ ਪਾਸ ਬੈਠੇ ਸਨ, ਉਹਨਾਂ ਨੇ ਕਿਹਾ, ਪੰਡੂਆ ਨਾਮੀ ਪਿੰਡ ਇੱਥੋਂ ਕੁਝ ਦੂਰੀ 'ਤੇ ਸਥਿਤ ਹੈ। ਉੱਥੇ ਸਾਲ ਬਾਅਦ ਇੱਕ ਵੱਡਾ ਮੇਲਾ ਲੱਗਦਾ ਹੈ। ਇਸ ਨਗਰ ਦੇ ਵਾਸੀ ਸਾਰੇ ਸਿੱਖ ਉਸ ਮੇਲੇ ਦੇ ਵਿੱਚ ਗਏ ਹਨ। 1-2 ਦਿਨਾਂ ਵਿੱਚ ਉਹ ਚੱਲ ਕੇ ਆ ਜਾਣਗੇ। ਫਿਰ ਮਿਲਣਗੇ ਜੇ ਸਤਿਗੁਰੂ ਜੀ ਨੂੰ ਭਾਵੇਗਾ। ਸਹਿਜ ਸੁਭਾਅ ਗੁਰੂ ਜੀ ਨੇ ਉਚਾਰਨ ਕੀਤਾ, ਮੇਰੀ ਸਿੱਖੀ ਦੇ ਉਹ ਅਧਿਕਾਰੀ ਨਹੀਂ ਹਨ, ਉਹਨਾਂ ਨਾਲ ਸਾਡਾ ਮੇਲ ਨਹੀਂ ਹੋਏਗਾ। ਇੱਥੇ ਰਾਤ ਠਹਿਰ ਕੇ ਫਿਰ ਅੱਗੇ ਚੱਲਾਂਗੇ।
ਇੱਕ ਉੱਥੇ ਸਿੱਖ ਸੀ ਜਿਹੜਾ ਹਲਵਾਈ ਦਾ ਕੰਮ ਕਰਦਾ ਸੀ। ਉਹ ਆ ਕੇ ਸਤਿਗੁਰੂ ਜੀ ਦੇ ਸ਼ਰਨ ਵਿੱਚ ਪੈ ਗਿਆ। ਗੁਰੂ ਜੀ ਦੀ ਮਰਜ਼ੀ ਸਮਝ ਕੇ ਉਸਨੇ ਬੇਨਤੀ ਕੀਤੀ, ਮੇਰੀ ਕਾਮਨਾ ਪੂਰੀ ਹੋ ਗਈ ਹੈ। ਮੇਰੇ ਸਾਰੇ ਮਨੋਰਥ ਪੂਰੇ ਕਰਦੇ ਰਹੇ ਹੋ ਤੇ ਹੁਣ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ। ਦੀਨ ਦਿਆਲ ਜੀ, ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ। ਮੇਰੀ ਇਹ ਇੱਛਾ ਪੂਰੀ ਕਰੋ। ਮੇਰੇ ਹੱਥਾਂ ਦਾ ਤਿਆਰ ਕੀਤਾ ਮਹਾਨ ਪਕਵਾਨ ਕਿਰਪਾ ਕਰਕੇ ਛਕ ਲਓ। ਉਸ ਦੇ ਮਨ ਦਾ ਪਿਆਰ ਵੇਖ ਕੇ ਗੁਰੂ ਜੀ ਨੇ ਉਸ ਸਮੇਂ ਆਗਿਆ ਦੇ ਦਿੱਤੀ। ਪ੍ਰਸੰਨ ਹੋ ਕੇ ਉਸਨੇ ਭਲੇ ਪਦਾਰਥ ਬਣਵਾਏ ਤੇ ਭਾਂਤ-ਭਾਂਤ ਦੇ ਪਕਵਾਨ ਪਕਾਏ। ਮਹਾਂ ਪ੍ਰੇਮ ਧਾਰ ਕੇ ਉਹ ਪਕਵਾਨ ਲਿਆਇਆ ਤੇ ਸਤਿਗੁਰੂ ਜੀ ਦੇ ਅੱਗੇ ਟਿਕਾ ਦਿੱਤੇ। ਉਸ ਸਿੱਖ ਦੀ ਵੱਡੀ ਪ੍ਰੀਤ ਵੇਖ ਕੇ ਗੁਰੂ ਜੀ ਨੇ ਬੜੀ ਰੁਚੀ ਨਾਲ ਭੋਜਨ ਛਕਿਆ। ਸਾਰੇ ਦਾਸਾਂ ਦੇ ਸਮੇਤ ਤ੍ਰਿਪਤ ਹੋ ਗਏ। ਫਿਰ ਹੱਥ ਸੁੱਚੇ ਕਰਕੇ ਪਰਨੇ ਨਾਲ ਪੂੰਝ ਕੇ ਸ਼ੋਭਾ ਪਾਈ। ਗੁਰੂ ਜੀ ਨੇ ਦਿਆਲ ਹੋ ਕੇ ਉਸ 'ਤੇ ਖੁਸ਼ੀ ਕੀਤੀ ਤੇ ਇੱਕ ਖਿੰਨ ਵਿੱਚ ਸਿੱਖ ਨੂੰ ਨਿਹਾਲ ਕਰ ਦਿੱਤਾ। ਉੱਥੋਂ ਕੂਚ ਕਰਕੇ ਢਾਕੇ ਵਾਲੇ ਪਾਸੇ ਚਲੇ ਗਏ। ਰਾਹ ਦੇ ਵਿੱਚ ਬਹੁਤ ਸਿੱਖ ਮਿਲੇ। ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਜਾਂਦੇ ਸਨ। ਨਿੱਤ ਹਜ਼ਾਰਾਂ ਸਿੱਖਾਂ ਨੂੰ ਵਰ ਦੇ ਕੇ ਵਰਸਾਉਂਦੇ ਸਨ। ਸੰਗਤ ਉੱਤੇ ਕਿਰਪਾਲੂ ਗੁਰੂ ਜੀ ਕਿਰਪਾ ਕਰਕੇ ਦਰਸ਼ਨ ਦੇ ਕੇ ਨਿਹਾਲ ਕਰਦੇ ਸਨ। ਜਿਹੜੀ ਵੀ ਕੋਈ ਮਨੋਕਾਮਨਾ ਕਰਦਾ ਸੀ ਉਹ ਸਤਿਗੁਰੂ ਜੀ ਦੇ ਪਾਸੋਂ ਪੂਰੀ ਹੁੰਦੀ ਸੀ। ਪ੍ਰੇਮ ਕਰਕੇ ਭੋਜਨ ਛਕਾਉਂਦੇ ਸਨ। ਕਈ ਪੁਸ਼ਾਕੇ ਸਰੀਰ ਉੱਤੇ ਪਹਿਨਾਉਂਦੇ ਸਨ। ਕੋਈ ਆਪਣੇ ਘਰ ਵਿੱਚ ਉਤਾਰਾ ਕਰਵਾਉਂਦਾ ਸੀ। ਕਈ ਪ੍ਰੀਤ ਧਾਰ ਕੇ ਦਰਸ਼ਨ ਕਰਦੇ ਸਨ। ਗੁਰੂ ਜੀ ਠਹਿਰਦੇ ਨਹੀਂ ਸਨ, ਚਲੇ ਜਾ ਰਹੇ ਸਨ। ਨਾਲ ਲਸ਼ਕਰ ਬੜੇ ਉਤਸ਼ਾਹ ਨਾਲ ਚੱਲਦਾ ਜਾ ਰਿਹਾ ਸੀ। ਸੈਨਾ ਵਿੱਚ ਤੰਬੂ ਲਵਾਉਂਦੇ ਸਨ। ਕਿਸੇ ਸਥਾਨ 'ਤੇ ਗੁਰੂ ਜੀ ਸੈਨਾ ਦੇ ਵਿੱਚ ਹੀ ਠਹਿਰ ਜਾਂਦੇ ਸਨ। ਕਦੀ ਕਿਸੇ ਸਿੱਖ ਪ੍ਰੇਮੀ ਨੂੰ ਵੇਖ ਕੇ ਉਸ ਦਾ ਘਰ ਪਸੰਦ ਕਰਕੇ ਰਹਿ ਪੈਂਦੇ ਸਨ। ਇਸ ਤਰ੍ਹਾਂ ਕਈਆਂ ਦਿਨਾਂ ਵਿੱਚ ਮਾਲਕ ਗੁਰੂ ਜੀ ਫੌਜ ਸਮੇਤ ਢਾਕੇ ਪਹੁੰਚ ਗਏ। ਸਾਰਿਆਂ ਦਾ ਡੇਰਾ ਬਾਹਰ ਉਤਾਰਿਆ। ਆਪ ਗੁਰੂ ਜੀ ਨੇ ਨਗਰ ਦੇ ਵਿੱਚ ਚਰਨ ਪਾਏ। ਢਾਕੇ ਨਗਰ ਵਿੱਚ ਇੱਕ ਮਸੰਦ ਰਹਿੰਦਾ ਸੀ ਜਿਸ ਦਾ ਨਾਂ ਬੁਲਾਕੀ ਦਾਸ ਸੀ। ਉਸ ਦੀ ਮਾਤਾ ਬਹੁਤ ਬਿਰਧ ਹੋ ਗਈ ਸੀ। ਉਸ ਦੀ ਗੁਰੂ ਦਰਸ਼ਨਾਂ ਦੀ ਵੱਡੀ ਲਾਲਸਾ ਸੀ। ਸਦਾ ਘਰ ਵਿੱਚ ਪ੍ਰੇਮ ਕਰਦੀ ਸੀ ਤੇ ਗੁਰੂ ਜੀ ਦੇ ਵਾਸਤੇ ਉਸਨੇ ਇੱਕ ਪਲੰਘ ਬਣਵਾਇਆ ਤੇ ਬੜੇ ਸੁੰਦਰ ਕੱਪੜੇ ਉਸ ਉੱਤੇ ਵਿਛਾ ਕੇ ਢੱਕ ਦਿੱਤਾ ਤੇ ਸੇਜਬੰਦ ਸਹਿਤ ਕੱਸ ਕੇ ਧਰ ਦਿੱਤਾ। ਉਸ ਪਲੰਘ ਦੀ ਸ਼ਾਮ ਸਵੇਰੇ ਪੂਜਾ ਕਰਦੀ ਸੀ ਤੇ ਹਿਰਦੇ ਵਿੱਚ ਇਸ ਤਰ੍ਹਾਂ ਮਨੋਰਥ ਧਾਰਦੀ ਸੀ, ਇਸ ਉੱਤੇ ਜਦ ਗੁਰੂ ਜੀ ਆ ਕੇ ਬਿਰਾਜਣਗੇ ਤਦ ਮੇਰੇ ਸਾਰੇ ਕਾਰਜ ਪੂਰੇ ਹੋਣਗੇ। ਉਸਨੇ ਰੂਈ ਆਪਣੇ ਹੱਥਾਂ ਨਾਲ ਸੁਧਾਰੀ ਤੇ ਫਿਰ ਉਸਨੇ ਆਪਣੇ ਹੱਥਾਂ ਨਾਲ ਬਹੁਤ ਬਰੀਕ ਸੂਤ ਕੱਤਿਆ। ਬੜਾ ਪ੍ਰੇਮ ਧਾਰ ਕੇ ਵਸਤਰ ਬਣਾਇਆ ਤੇ ਗੁਰੂ ਜੀ ਦੇ ਵਾਸਤੇ ਪੋਸ਼ਾਕਾਂ ਤਿਆਰ ਕੀਤਾ। ਧੂਪ ਦੀਪ ਜਗਾ ਕੇ ਨਿਤ ਪੂਜਾ ਕਰਦੀ ਸੀ। ਦਰਸ਼ਨਾਂ ਦੀ ਆਸ ਰੱਖ ਕੇ ਫਿਰ ਧਿਆਨ ਧਾਰਨ ਕਰਦੀ ਸੀ। ਮੇਰੀ ਉਮਰ ਬਤੀਤ ਹੋ ਗਈ ਹੈ। ਨਿਤ ਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਵੱਧਦੀ ਸੀ। ਕਿਰਪਾ ਕਰਕੇ ਗੁਰੂ ਜੀ ਮੇਰੇ ਘਰ ਆਉਣ, ਇਸ ਪਲੰਘ 'ਤੇ ਬੈਠ ਕੇ ਸ਼ੋਭਾ ਪਾਉਣ, ਮੇਰੇ ਹੱਥਾਂ ਨਾਲ ਪੋਸ਼ਾਕਾਂ ਪਾਉਣ ਤੇ ਇੱਥੇ ਆ ਕੇ ਗੁਰੂ ਜੀ ਭੋਜਨ ਛਕਣ। ਅੰਤਰਜਾਮੀ ਗੁਰੂ ਜੀ ਸਭ ਕੁਝ ਸਮਝ ਕੇ ਉਸ ਪਾਸੇ ਵੱਲ ਗਏ। ਸੁਆਮੀ ਜੀ ਨੇ ਉਸ ਬਲਾਕੀ ਦਾਸ ਮਸੰਦ ਦੇ ਘਰ ਦਾ ਰਾਹ ਫੜਿਆ। ਮਸੰਦ ਦੇ ਦਰਵਾਜ਼ੇ ਦੇ ਬਾਹਰ ਜਾ ਖੜੇ ਹੋਏ ਤੇ ਜਿਸ ਥਾਂ ਮਾਤਾ ਜੀ ਸਨ ਉੱਥੇ ਖਬਰ ਭੇਜੀ। ਕਾਹਲੀ ਨਾਲ ਸੁਣ ਕੇ ਤੁਰੰਤ ਆਈ ਤੇ ਗੁਰੂ ਜੀ ਦੇ ਚਰਨ ਕਮਲਾਂ ਨੂੰ ਫੜ ਕੇ ਲਿਪਟ ਗਈ ਤੇ ਕਹਿਣ ਲੱਗੀ, ਅੱਜ ਇਸ ਘੜੀ ਤੇ ਮੈਂ ਬਲਿਹਾਰ ਜਾਂਦੀ ਹਾਂ ਜਿਸ ਸਮੇਂ ਸਾਡੀ ਆਸ ਪੂਰੀ ਹੋਈ ਹੈ। ਉਸ ਪਲੰਘ 'ਤੇ ਲਿਆ ਕੇ ਗੁਰੂ ਜੀ ਨੂੰ ਬਿਠਾ ਦਿੱਤਾ। ਪ੍ਰਸੰਨ ਹੋ ਕੇ ਸੁੰਦਰ ਵਸਤਰ ਕੱਢੇ ਜਿਹੜੇ ਆਪਣੇ ਹੱਥਾਂ ਨਾਲ ਉਸਨੇ ਬਣਾਏ ਸਨ ਤੇ ਪ੍ਰੇਮ ਨਾਲ ਉਹਨਾਂ ਵਸਤਰਾਂ ਨੂੰ ਗੁਰੂ ਜੀ ਨੂੰ ਪਹਿਨਾ ਦਿੱਤਾ। ਧੂਪ ਦੀਪ ਅਤੇ ਪ੍ਰਸ਼ਾਦ ਨੂੰ ਸੁਧਾਰਿਆ ਤੇ ਸਤਿਗੁਰੂ ਜੀ ਦੀ ਉਦਾਰ ਪੂਜਾ ਕੀਤੀ। ਤਦ ਉਹ ਬਿਰਧ ਇਸਤਰੀ ਨਿਹਾਲ ਹੋ ਗਈ। ਕਿਰਪਾਲੂ ਗੁਰੂ ਜੀ ਨੇ ਉਸ ਦਾ ਮਨੋਰਥ ਪੂਰਾ ਕਰ ਦਿੱਤਾ। ਪ੍ਰੇਮ ਨਾਲ ਗਦਗਦ ਹੋ ਕੇ ਉਸ ਪਾਸੋਂ ਬੋਲਿਆ ਨਹੀਂ ਸੀ ਜਾਂਦਾ ਤੇ ਮੁਖ ਨਾਲ ਉਸਤਤ ਕਹੀ ਨਹੀਂ ਸੀ ਜਾਂਦੀ। ਆਨੰਦ ਨਾਲ ਨੇਤਰਾਂ ਵਿੱਚ ਜਲ ਭਰ ਆਇਆ। ਕਿਸੇ ਗਰੀਬ ਨੇ ਮਾਨੋ ਬਹੁਤ ਧਨ ਪ੍ਰਾਪਤ ਕਰ ਲਿਆ ਹੋਵੇ। ਜਿਵੇਂ ਚੰਦ ਵੱਲ ਚਕੋਰ ਵੇਖਦੀ ਹੈ ਉਸ ਤਰ੍ਹਾਂ ਇੱਕ ਟੱਕ
ਗੁਰੂ ਜੀ ਦੇ ਚਰਨ ਕਮਲਾਂ ਨੂੰ ਵੇਖ ਰਹੀ ਸੀ। ਕਿਰਪਾ ਨਿਧਾਨ ਗੁਰੂ ਜੀ ਨੇ ਪ੍ਰੇਮ ਨਾਲ ਵੇਖਿਆ ਤੇ ਉਹਨਾਂ ਵਿੱਚ ਬਹੁਤ ਪ੍ਰੇਮ ਉਮੜ ਆਇਆ। ਗੁਰੂ ਜੀ ਨੇ ਮੁਖ ਤੋਂ ਮਿੱਠੇ ਬਚਨ ਕਹਿ ਕੇ ਸੁਣਾਏ, ਤੁਹਾਡੇ ਕਾਰਨ ਮੈਂ ਇਸ ਸਥਾਨ ਤੇ ਆਇਆ ਹਾਂ। ਤੇਰਾ ਪ੍ਰੇਮ ਮੇਰੇ ਮਨ ਨੂੰ ਬਹੁਤ ਚੰਗਾ ਲੱਗਾ ਹੈ। ਤੁਹਾਡਾ ਪ੍ਰੇਮ ਵੇਖਣ ਨੂੰ ਦਿਲ ਲਲਚਾਇਆ ਹੈ। ਜੋ ਤੂੰ ਮਨੋਰਥ ਧਾਰਨ ਕੀਤਾ ਸੀ ਉਹ ਪੂਰਾ ਹੋ ਗਿਆ ਹੈ। ਆਪਣੇ ਘਰ ਵਿੱਚ ਬਿਠਾ ਕੇ ਮੇਰੇ ਦਰਸ਼ਨ ਕੀਤੇ ਹਨ। ਹੁਣ ਤੇਰੇ ਹਿਰਦੇ ਵਿੱਚ ਜਿਹੜੀ ਖੁਆਇਸ਼ ਹੈ ਉਸ ਨੂੰ ਮੰਗ ਲਓ, ਮੈਂ ਉਹ ਪੂਰੀ ਕਰ ਦਿਆਂਗਾ। ਇਹ ਸੁਣ ਕੇ ਬਿਰਧ ਇਸਤਰੀ ਅਧੀਨ ਹੋ ਗਈ ਤੇ ਹੱਥ ਜੋੜ ਕੇ ਮੰਗ ਕੀਤੀ, ਆਪ ਜੀ ਦੇ ਨਿੱਤ ਦਰਸ਼ਨ ਪਾਵਾਂ ਜਦ ਤੱਕ ਮੇਰੇ ਸਰੀਰ ਵਿੱਚ ਪ੍ਰਾਣ ਰਹਿਣ। ਇਹੀ ਮੇਰੀ ਆਸ ਹੈ, ਸੋ ਪੂਰੀ ਕਰੋ। ਨਿੱਤ ਦਰਸ਼ਨ ਦੇ ਕੇ ਪ੍ਰਸੰਨ ਕਰੋ। ਉਸ ਦੀ ਅਦਭੁਤ ਬਾਣੀ ਸੁਣ ਕੇ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਵੇਖਿਆ, ਤੁਸੀਂ ਦੁਰਲਭ ਸ੍ਰੇਸ਼ਟ ਮੰਗ ਰੱਖੀ ਹੈ। ਪ੍ਰੇਮ ਵੇਖ ਕੇ ਸੋ ਮੈਂ ਪੂਰੀ ਕਰ ਦਿੱਤੀ ਹੈ। ਜਦ ਇਸ਼ਨਾਨ ਕਰਕੇ ਧਿਆਨ ਧਾਰਨ ਕਰੋਗੇ ਤਦ ਮੈਂ ਤੁਹਾਡੇ ਹਿਰਦੇ ਵਿੱਚ ਆ ਕੇ ਦਰਸ਼ਨ ਦਿਆਂਗਾ। ਗੁਣਾਂ ਦੀ ਖਾਨ ਭਾਵ ਗੁਰੂ ਜੀ ਪ੍ਰੇਮ ਦੇ ਵਸ ਹੋ ਗਏ। ਉਸ ਦੀ ਮੰਗ ਜਾਣ ਕੇ ਦਾਨ ਦਿੱਤਾ। ਉਸ ਨੂੰ ਸਰਬ ਪ੍ਰਕਾਰ ਆਨੰਦ ਦਿੱਤਾ ਤੇ ਭਵ ਸਾਗਰ ਤੋਂ ਉਸ ਦਾ ਉਧਾਰ ਕਰ ਦਿੱਤਾ। ਵੱਡੇ ਭਾਗਾਂ ਵਾਲੀ ਵਰ ਪਾ ਕੇ ਬਹੁਤ ਪ੍ਰਸੰਨ ਹੋਈ ਤੇ ਬਾਰ-ਬਾਰ ਬਲਿਹਾਰੀ ਜਾਂਦੀ ਸੀ। ਜਿਸ ਦਾ ਪ੍ਰੇਮ ਗੁਰੂ ਜੀ ਆਪਣੇ ਮਨ ਵਿੱਚ ਮੰਨਦੇ ਹਨ, ਉਸ ਦਾ ਫਿਰ ਕਿਉਂ ਨਾ ਕਲਿਆਣ ਹੋਵੇ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।